ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਬੁੱਧ ਇੰਦਰਿ ਪ੍ਰਾਨ ਲਹਿ, ਪੰਚ ਭੂਤ ਹਉ ਨਾਹੀ। ਗਿਆਤਾ ਗਿਆਨ ਨਾ ਗੇ ਕਛ, ਨਹਿ ਕਬ ਸਭ ਹੂੰ ਸਭ ਮਾਹੀ। ਮਨ ਬੁੱਧ ਇੰਦਰਿ ਪ੍ਰਾਨ ਲਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵਾਂ ਵਿਸ਼ਰਾਮ ਆਪਾਂ ਪੜ੍ਹ ਰਹੇ ਹਾਂ। ਚਾਰ ਦੋਹਰੇ ਜੜੇ ਦੇ ਸੰਪੂਰਨ ਹੋ ਚੁੱਕੇ ਆ। ਪੰਜਵਾਂ ਦੋਹਰਾ ਅੱਜ ਪੜ੍ਹੀਏ। ਪਿੱਛੇ ਜੋ ਵਿਚਾਰ ਆਈ ਸੀ, ਜਿੰਨਾ ਕੁ ਵਿਸਥਾਰ, ਜਿੰਨੀ ਕੁ ਸਮਝ ਪੈ ਰਹੀ ਹੈ, ਉਹਦੇ ਨਾਲ ਆਪਾਂ ਵਿਚਾਰ ਕਰ ਰਹੇ ਹਾਂ। ਅੱਖਰੀ ਅਰਥ ਕਰਨਾ ਤੇ ਕੋਈ ਵੱਡੀ ਗੱਲ ਨਹੀਂ ਹੈ, ਉਹਦੇ ਭਾਵ ਨੂੰ ਸਮਝਣਾ ਹੀ ਵੱਡਾ ਹੈ। ਅੱਖਰੀ ਅਰਥਾਂ ਦੇ ਵਿੱਚ ਹੀ ਭਾਵ ਇਹਦਾ ਬਹੁਤ ਹੀ ਡੂੰਘਾ ਹੈ। ਸੋ ਆਓ ਆਪਾਂ ਪੰਜਵਾਂ ਦੋਹਰਾ ਉਚਾਰਨ ਕਰੀਏ, ਪੜ੍ਹੀਏ। ਮਨ ਬੁੱਧ ਇੰਦਰਿ ਪ੍ਰਾਨ ਲਹਿ। ਜਿਵੇਂ ਸਿੱਖ ਕਹਿ ਰਿਹਾ ਵਾ ਵੀ ਗੁਰੂ ਜੀ, ਮੇਰਾ ਜਿਹੜਾ ਆਤਮਾ ਉਹ ਤੇ ਇੱਕ ਰਸ ਪੂਰਨ ਆ, ਜੋ ਘਟਦਾ ਵੱਧਦਾ ਨਹੀਂ ਆ। ਕਿਉਂਕਿ ਜਿਹੜਾ ਇੱਕ ਰਸ ਆ ਉਹਦੇ ਨਾਲ ਘਟਦਾ ਨਾ ਵੱਧਦਾ ਹੀ ਆ, ਜੋ ਗਿਣਤੀ ਮਿਣਤੀ ਤੋਂ ਰਹਿਤ ਹੈ, ਜੋ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਆਉਂਦਾ। ਇਸੇ ਉਹੀ ਭਾਵ ਨਾਲ ਦੋਹਰਾ ਜੋ ਲੱਗਦਾ। ਪੰਜਵਾਂ ਦੋਹਰੇ ਵਿੱਚ ਵੀ ਕਹਿ ਰਹੇ ਆ ਆਪਣੇ ਆਤਮ ਸਰੂਪ ਬਾਰੇ ਕਿ ਮਨ ਬੁੱਧ ਇੰਦਰੇ ਕਹੀਏ, ਪੰਜ ਗਿਆਨ ਇੰਦਰੇ। ਉਹ ਕਿਹੜੇ ਆ? ਅੱਖਾਂ, ਨੱਕ, ਕੰਨ, ਜੀਭ, ਚਮੜੀ। ਇਹ ਗਿਆਨ ਇੰਦਰੇ ਆ। ਤੇ ਪੰਜ ਕਰਮ ਇੰਦਰੇ ਕਿਹੜੇ ਆ? ਹੱਥ, ਪੈਰ, ਮੂੰਹ, ਗੁਦਾ ਤੇ ਲਿੰਗ। ਗੁਦਾ ਕਹੀਦਾ ਜਿੱਥੋਂ ਲੈਟਰਨ ਦੀ ਕਿਰਿਆ ਕਰਦੇ ਹਾਂ, ਲਿੰਗ ਕਹੀਦਾ ਜਿੱਥੋਂ ਪਿਸ਼ਾਬ ਆਦਿ ਦੀ ਕਿਰਿਆ ਕਰਦੇ ਹਾਂ। ਇਹ ਮੈਂ ਪੰਜ ਕਰਮ ਇੰਦਰੇ ਵੀ ਨਹੀਂ ਆ, ਮੈਂ ਮਨ ਵੀ ਨਹੀਂ ਆ, ਮੈਂ ਬੁੱਧੀ ਵੀ ਨਹੀਂ ਆ, ਮੈਂ ਪੰਜ ਗਿਆਨ ਇੰਦਰੇ ਵੀ ਨਹੀਂ ਆ, ਪ੍ਰਾਣ ਨਹਿ, ਤੇ ਨਾ ਮੈਂ ਪੰਜ ਪ੍ਰਾਣੀ ਆ। ਭਾਵ ਪੰਜ ਪ੍ਰਾਣ ਕਿਹੜੇ ਆ? ਪ੍ਰਾਣ, ਅਪਾਨ, ਸਮਾਨ, ਉਦਾਨ, ਬਿਆਨ। ਇਹ ਮੈਂ ਪੰਜ ਪ੍ਰਾਣ ਵੀ ਨਹੀਂ ਹਾਂ। ਭਾਵ ਮੇਰਾ ਸਰੂਪ ਪੰਜ ਕਰਮ ਇੰਦਰੇ, ਗਿਆਨ ਇੰਦਰੇ, ਪ੍ਰਾਣ ਪੰਜ ਵੀ ਨਹੀਂ ਹੈ। ਨਾ ਮੈਂ ਮਨ ਹਾਂ, ਨਾ ਮੈਂ ਬੁੱਧ ਹਾਂ। ਪੰਜ ਭੂਤ ਹੋ ਨਾਹੀਂ। ਫਿਰ ਪੰਜ ਭੂਤ ਵੀ ਨਹੀਂ ਆ। ਭੂਤ ਨਾਮ ਤੱਤ ਦਾ, ਵੀ ਮੈਂ ਹਾਂ ਨਾਮ ਮੈਂ ਦਾ ਵੀ ਮੈਂ। ਪੰਜ ਭੂਤ ਕਹੀਏ, ਪੰਜ ਤੱਤ ਵੀ ਨਹੀਂ ਹਾਂ। ਮੇਰਾ ਸਰੂਪ ਪੰਜ ਤੱਤ ਵੀ ਨਹੀਂ ਹੈ। ਪੰਜ ਤੱਤ ਕਿਹੜੇ? ਆਪ, ਵਾਯੂ, ਤੇਜ, ਪ੍ਰਿਥਵੀ, ਆਕਾਸ਼ਾ। ਗੁਰਬਾਣੀ 'ਚ ਜੇ ਤਾਂ ਸਰੀਰ ਬਣਦਾ ਪੰਜ ਤੱਤ ਕੋ ਤਾਂ ਰਚਿਓ। ਉਹ ਪੰਜ ਤੱਤ ਧਰਤੀ, ਪਾਣੀ, ਅਗਨੀ, ਹਵਾ, ਆਕਾਸ਼, ਇਹ ਸਭ ਕੁਝ। ਇਹ ਗੁਰੂ ਜੀ, ਮੈਨੂੰ ਪਤਾ ਲੱਗ ਗਿਆ ਆਪ ਜੀ ਦੇ ਭਜਨਾਂ ਕਰਕੇ ਵੀ ਮੈਂ ਐਸਾ ਨਹੀਂ ਹਾਂ। ਗਿਆਤਾ ਗਿਆਨ ਨਾ ਗੇ ਕਛ, ਨਾ ਹੀ ਕੋਈ ਗਿਆਤਾ ਕਹੀਏ ਜਾਣਨ ਵਾਲਾ, ਗਿਆਨਵਾਨ, ਤੇ ਨਾ ਹੀ ਕੋਈ ਗਿਆਨ ਕਹੀਏ ਬੋਧ, ਅਤੇ ਨਾ ਹੀ ਗੇ ਕਹੀਏ ਸਮਝਣ ਯੋਗ ਵਸਤੂ ਹੈ। ਮੈਂ ਸਭ ਹੂੰ ਸਭ ਮਾਹੀ, ਅਤੇ ਨਾ ਹੀ ਮੈਂ ਸਭ ਕਹੀਏ ਸਾਰਿਆਂ ਵਿੱਚ ਹਾਂ। ਹੂੰ ਦਾ ਅਰਥ ਸਭ ਹੂੰ ਵੀ ਸਾਰਿਆਂ ਵਿੱਚ, ਹੂੰ ਦਾ ਅਰਥ ਆ ਵੀ ਹਾਂ, ਮਾਹੇ ਕਹੀਏ ਵਿੱਚ। ਨਾ ਹੀ ਮੈਂ ਸਾਰਿਆਂ ਵਿੱਚ, ਤੇ ਨਾ ਹੀ ਮੇਰੇ ਵਿੱਚ ਸਭ ਸਾਰੇ ਹਨ। ਗਿਆਤਾ ਗਿਆਨ ਗੇ, ਇਹ ਤ੍ਰਿਗਟੀ ਹੁੰਦੀ ਆ। ਤੇ ਪ੍ਰਮਾਤਾ ਪ੍ਰਮਾਣ ਪਰਮੇ, ਧਿਆਤਾ ਧਿਆਨ। ਤੇ ਇਹ ਅਗਲੇ ਗ੍ਰੰਥਾਂ ਵਿੱਚ
ਇਹ ਤ੍ਰਿਕੁਟੀਆਂ ਦਾ ਜਿਹੜਾ ਸਿਧਾਂਤ ਆ ਵਿਸਥਾਰ ਖੋਲ੍ਹਦਾ। ਅੰਜ ਗਿਆਤਾ ਦਾ ਅਰਥ ਹੁੰਦਾ ਗਿਆਨ ਜਿਸ ਨੂੰ ਹੋਣਾ ਆ, ਉਹ ਕੀ ਅੰਤःਕਰਨ ਨੂੰ ਗਿਆਨ ਹੁੰਦਾ। ਜਾਂ ਜਿਵੇਂ ਸਿੱਧਾ ਜਿਹਾ ਪ੍ਰਮਾਣ, ਜੇ ਆ ਸਰੀਰ ਆ, ਜਿੱਦਾਂ ਆਪਾਂ ਵਾਂ ਕੋਈ ਚੀਜ਼ ਦਾ ਗਿਆਨ ਲੈਣ ਵਾਲੇ ਆ, ਉਹ ਹੋ ਗਿਆ ਗਿਆਨ। ਜਿਵੇਂ ਜਿਹਨੂੰ ਗਿਆਨ ਆ ਉਹ ਹੈ ਗਿਆਤਾ। ਤੇ ਗਿਆਨ ਹੁੰਦਾ ਵੀ ਜਿਹੜਾ ਜਿਸ ਗਿਆਨ ਦੁਆਰਾ, ਜਿਵੇਂ ਸ਼ਾਸਤਰੀ ਆ, ਸ਼ਾਸਤਰ ਤੋਂ ਜਾਂ ਗ੍ਰੰਥਾਂ ਤੋਂ ਗਿਆਨ ਹੁੰਦਾ ਬ੍ਰਹਮ ਦਾ, ਤੇ ਗੇ ਕੀ ਹੈ ਬ੍ਰਹਮ। ਗਿਆਤਾ ਸਮਝ ਲਓ ਜੀਵ। ਗਿਆਨ ਵੀ ਗਿਆਨ ਜੀਵ ਨੂੰ ਜਿਸ ਦੁਆਰਾ ਗਿਆਨ ਹੁੰਦਾ, ਉਹ ਕੀ ਸ਼ਾਸਤਰਾਂ ਰਾਹੀਂ, ਗੁਰੂ ਰਾਹੀਂ ਗਿਆਨ ਹੈ ਵੀ ਜਿਸ ਗਿਆਨ ਦੇ ਦੁਆਰਾ। ਗ੍ਰੰਥ ਵਿੱਚ ਗਿਆਨ ਹੁੰਦਾ ਨਾ, ਜਿਸ ਗਿਆਨ ਦੇ ਦੁਆਰਾ। ਗੇ ਕਹੀਏ ਜਿਸ ਵਸਤੂ ਨੂੰ ਜਾਣਨਾ, ਉਹ ਕੀ ਹੈ ਬ੍ਰਹਮ। ਜਿਸ ਦਾ ਗਿਆਨ ਪ੍ਰਾਪਤ ਕਰਨਾ। ਗੇ ਆ ਮਤਲਬ ਜਿਹਦਾ ਗਿਆਨ ਪ੍ਰਾਪਤ ਕਰਨਾ, ਤੇ ਜਿਸ ਗਿਆਨ ਦੇ ਦੁਆਰਾ, ਤੇ ਜਿਸ ਨੂੰ ਹੈ, ਇਹ ਗਿਆਤਾ ਗਿਆਨ ਗੇ। ਤੇ ਵੀ ਇਹ ਕੁਝ ਨਹੀਂ ਆ, ਇਹ ਤ੍ਰਿਕੁਟੀ ਹੁੰਦੀ ਆ। ਇਹ ਜਿਹੜੀ ਤ੍ਰਿਕੁਟੀ ਆ, ਇਹ ਜਿੰਨਾ ਚਿਰ ਜੀਵ ਭਾਵ ਆ ਨਾ, ਅਹੰਗ ਬਿਰਤੀ ਆ, ਉਹਨਾਂ ਚਿਰ ਹੁੰਦਾ ਹੈ। ਤੇ ਬ੍ਰਹਮ ਵਿੱਚ ਨਹੀਂ ਹੁੰਦੀ ਇਹ ਤ੍ਰਿਕੁਟੀ, ਕਿਉਂਕਿ ਬ੍ਰਹਮ ਨੂੰ ਕਿਸੇ ਗਿਆਨ ਦੀ ਜ਼ਰੂਰਤ ਨਹੀਂ ਆ, ਤੇ ਨਾ ਕਿਸੇ ਗਿਆਨ ਦੁਆਰਾ, ਨਾ ਕਿਸੇ ਗਿਆਨ ਵਿੱਚ ਹੀ ਪ੍ਰਵੇਸ਼ ਹੋਣ ਦੀ ਜ਼ਰੂਰਤ ਹੈ। ਬ੍ਰਹਮ ਤੇ ਆਪ ਹੀ ਗਿਆਤਾ ਗਿਆਨ ਗੇ ਹੈ, ਤ੍ਰਿਕੁਟੀ ਤੋਂ ਪਰੇ ਆ। ਇਹ ਤ੍ਰਿਕੁਟੀ ਤੇ ਮਾਨੋ ਕਿ ਇੱਕ ਬੰਦੇ ਵਿੱਚ, ਮਨੁੱਖ ਵਿੱਚ ਜੀਵ ਭਾਵ ਤੋਂ ਸੌਖਾ ਅਰਥ ਵੀ ਇਹ ਸਾਡੇ ਵਿੱਚ ਆ। ਕਿ ਹੁਣ ਅਸੀਂ ਜਦੋਂ ਕੁਝ ਜਾਣ ਲਿਆ, ਕਹਿਣਾ ਵੀ ਮੈਂ ਗਿਆਤਾ ਹਾਂ ਚੀਜ਼ ਦਾ। ਆਉਂਦੇ ਪੁੱਛਦੇ ਵੀ ਕੀ ਆ ਤੈਨੂੰ ਪਤਾ, ਤੇ ਬੰਦਾ ਕਹਿੰਦਾ ਵੀ ਹਾਂ ਮੈਂ ਗਿਆਤਾ ਇਸ ਚੀਜ਼ ਦਾ, ਭਾਵ ਮੈਂ ਜਾਣਨ ਵਾਲਾ ਹਾਂ। ਵੀ ਤੂੰ ਕਿਵੇਂ ਜਾਣਿਆ, ਵੀ ਮੈਂ ਇੱਥੋਂ ਆਹ ਚੀਜ਼ ਮੈਂ ਉੱਥੋਂ ਵੇਖੀ ਆ, ਆਹ ਗ੍ਰੰਥ ਪੜ੍ਹਿਆ ਮੈਂ, ਉਸ ਦੇ ਦੁਆਰਾ ਗਿਆਨ ਹੋਇਆ ਮੈਨੂੰ। ਵੀ ਉਸ ਗ੍ਰੰਥ ਦੁਆਰਾ ਤੂੰ ਕੀ ਪ੍ਰਾਪਤ ਕੀਤਾ, ਕੀ ਜਾਣਿਆ। ਮੈਂ ਐਸਾ ਜਾਣਿਆ ਵਾ ਵੀ ਗਿਆਨ ਦੁਆਰਾ ਕੀ ਜਾਣਿਆ, ਵੀ ਉਹ ਪਰਮੇਸ਼ਰ ਦਾ ਐਸਾ ਸੋਹਣੇ ਨੱਕ ਹੈ, ਲੰਬੜੇ ਵਾਲ ਹੈ, ਮਤਲਬ ਜਿਸ ਬਾਰੇ ਜਾਣਿਆ ਉਹਨੂੰ ਕਹੀਦਾ ਅੱਗੇ। ਤੇ ਜਿਸ ਦੁਆਰਾ ਜਾਣਿਆ ਉਹ ਕਹੀਏ ਗਿਆਨ। ਚ ਜਿਹਨੇ ਜਾਣਿਆ ਉਹਨੂੰ ਕਹੀਏ ਗਿਆਤਾ। ਤੇ ਵਿਦਵਾਨੀ ਤੌਰ ਤੇ ਜਿਹੜੀ ਗ੍ਰੰਥਾਂ ਵਿੱਚ ਲਿਖਿਆ ਨਾ ਗਿਆਤਾ ਗਿਆਨ ਕੇ, ਉਹ ਥੋੜਾ ਸੂਖਮ ਹੈ। ਕਿ ਚੇਤਨ ਦਾ ਜਿਹੜਾ ਭਾਸ ਸਹਿਤ, ਅੰਤःਕਰਨ ਦੀ ਹੰਗਤਾ ਰੂਪ ਬਿਰਤੀ ਆ, ਉਹਨੂੰ ਗਿਆਤਾ ਕਹਿੰਦੇ। ਚੇਤਨ ਦਾ ਭਾਸ ਕਹੀਏ ਪ੍ਰਤੀਬਿੰਬ ਆ, ਤੇ ਜਿੱਥੇ ਭਾਵ ਚੇਤਨ ਦਾ ਪ੍ਰਤੀਬਿੰਬ ਪੈ ਰਿਹਾ ਅੰਤःਕਰਨ। ਚੇਤਨ ਦੇ ਪ੍ਰਤੀਬਿੰਬ ਸਹਿਤ ਜਿਹੜਾ ਅੰਤःਕਰਨ ਹੈ, ਤੇ ਅੰਤःਕਰਨ ਦੀ ਜਿਹੜੀ ਹੰਗਤਾ ਰੂਪ ਬਿਰਤੀ ਹੈ ਨਾ, ਵੀ ਮੈਂ ਜਾਣਨ ਵਾਲਾ ਹਾਂ, ਇਸ ਬਿਰਤੀ ਨੂੰ ਗਿਆਤਾ ਕਹਿੰਦੇ। ਫਿਰ ਚੇਤਨ ਦੇ ਭਾਸ ਸਹਿਤ ਅੰਤःਕਰਨ ਦੀ ਕਿਰਿਆ ਰੂਪ ਬਿਰਤੀ ਨੂੰ ਗਿਆਨ ਕਹਿੰਦੇ। ਉਹ ਤੇ ਹੰਗਤਾ ਭਾਵ ਮੈਂ ਜਾਣਨ ਵਾਲਾ ਹਾਂ, ਇਸ ਕਰਕੇ ਹੰਗਤਾ ਰੂਪ ਜਿਹੜੀ ਬਿਰਤੀ ਆ ਉਹਨੂੰ ਗਿਆਤਾ ਕਹਿੰਦੇ। ਚੇਤਨ ਦੇ ਭਾਸ ਸਹਿਤ, ਚੇਤਨ ਦਾ ਜਿਹੜਾ ਪ੍ਰਤੀਬਿੰਬ, ਚੇਤਨ ਨਹੀਂ ਇੱਥੇ, ਚੇਤਨ ਦੇ ਭਾਸ, ਚੇਤਨ ਦਾ ਜਿਹੜਾ ਪ੍ਰਤੀਬਿੰਬ ਸਹਿਤ ਅੰਤःਕਰਨ ਆ, ਉਹ ਜੀਵ ਭਾਵ ਵਿੱਚ ਹੀ ਹੈ ਨਾ। ਤੇ ਅੰਤःਕਰਨ ਦੀ ਕਿਰਿਆ, ਅੰਤःਕਰਨ ਦੀ ਜਿਹੜੀ ਕਿਰਿਆ ਕਰਦੀ ਆ ਬਿਰਤੀ, ਜਿਹੜਾ ਕਹਿਣਾ ਨਾ ਮੈਂ ਜਾਣਨ ਵਾਲਾ, ਉਹ ਤੇ ਗਿਆਤਾ ਹੋ ਗਿਆ। ਜਿਹੜੀ ਕਿਰਿਆ ਰੂਪ ਬਿਰਤੀ ਆ, ਵੀ ਜਿਸ ਬਿਰਤੀ ਦੇ ਦੁਆਰਾ ਅੰਤःਕਰਨ ਸਮਝ ਲਓ ਗਿਆਤਾ ਹੈ। ਤੇ ਅੰਤःਕਰਨ ਦੀ ਬਿਰਤੀ ਦੁਆਰਾ, ਜਿਹੜਾ ਬਿਰਤੀ ਦੇ ਦੁਆਰਾ ਜੋ ਕੁਝ ਜਾਣਿਆ, ਬਿਰਤੀ ਦੇ ਦੁਆਰਾ ਜਿਵੇਂ ਬਿਰਤੀ ਨਿਕਲ ਕੇ ਕਿਸੇ ਵਸਤੂ ਨੂੰ ਗ੍ਰਹਿਣ ਕਰਦੀ ਆ, ਉਹਨੂੰ ਕਹੀਦਾ ਗਿਆਨ। ਉਹ ਗਿਆਨ ਹੈ। ਤੇ ਚੇਤਨ ਦੇ ਭਾਸ ਸਹਿ, ਚੇਤਨ ਦਾ ਜਿਹੜਾ ਭਾਸ ਪ੍ਰਤੀਬਿੰਬ ਹੈ, ਉਹਦੀ ਸਹਿਤ ਅੰਤःਕਰਨ ਦੀ ਜਿਹੜੀ ਕਰਮ ਰੂਪ ਬਿਰਤੀ ਆ,
ਉਹਨੂੰ ਗੇ ਕਹਿੰਦੇ ਹੈ। ਭਾਵ ਅੰਤःਕਰਨ ਦੀ ਜਿਹੜੀ ਬਿਰਤੀ ਆ, ਜਿਹੜੀ ਜਿਸ ਤਰ੍ਹਾਂ ਗਿਆਨ ਹੁੰਦਾ ਵਾ ਤੇ ਜਿਸ ਵਸਤੂ ਦਾ ਗਿਆਨ ਹੁੰਦਾ ਵਾ ਉਹ ਗੇ। ਜਿਹੜੀ ਵਸਤੂ ਦਾ ਗਿਆਨ ਹੁੰਦਾ ਸਾਹਮਣੇ ਮਾਨੋ ਗ੍ਰੰਥ ਗੇ ਹੈ, ਜਿਹੜੀ ਬਿਰਤੀ ਅੰਦਰੋਂ ਨਿਕਲਦੀ ਅੰਤःਕਰਨ ਦੀ ਉਹ ਮਾਨੋ ਗਿਆਨ ਹੈ, ਤੇ ਜਿਹੜੇ ਅੰਤःਕਰਨ ਚ ਨਿਕਲੀ ਅੰਤःਕਰਨ ਮੰਨ ਲਓ ਗਿਆਤਾ ਹੈ। ਅੰਤःਕਰਨ ਗਿਆਤਾ ਹੈ। ਇਸ ਪ੍ਰਕਾਰ ਸੌਖਾ ਜਿਹੜਾ ਸਮਝ ਲੈਣਾ। ਤੇ ਇਹ ਬਿਰਤੀ ਆ ਚੇਤਨ ਦੇ ਭਾਸ ਸਹਿਤ ਅੰਤःਕਰਨ ਦੀ। ਜਿੰਨਾ ਚਿਰ ਚੇਤਨ ਦੇ ਭਾਸ ਜਿਹੜਾ ਅੰਤःਕਰਨ ਹੈ ਨਾ, ਇਹੀ ਜੀਵ ਪੁਣਾ ਹੈ। ਤੇ ਬ੍ਰਹਮ ਦਾ ਤੇ ਕੋਈ ਅੰਤःਕਰਨ ਨਹੀਂ ਹੈ, ਬ੍ਰਹਮ ਤੇ ਚੇਤਨ ਹੀ ਚੇਤਨ ਆ। ਤੇ ਚੇਤਨ ਜਦੋਂ ਚੇਤਨ ਨਾ ਤੇ ਅੰਤःਕਰਨ ਹੈਗਾ, ਤੇ ਅੰਤःਕਰਨ ਦੀ ਹੰਤਾ ਰੂਪ ਬਿਰਤੀ ਆ, ਅੰਤःਕਰਨ ਦੀ ਕਿਰਿਆ ਰੂਪ ਬਿਰਤੀ ਆ, ਅੰਤःਕਰਨ ਦੀ ਕਰਮ ਰੂਪ ਬਿਰਤੀ ਆ। ਤੇ ਚੇਤਨ ਦਾ ਤੇ ਕੋਈ ਅੰਤःਕਰਨ ਨਹੀਂ ਹੈਗਾ, ਤੇ ਨਾ ਤੇ ਰਹਿ ਗਏ ਇਹ ਬਿਰਤੀਆਂ ਤਿੰਨ ਨਹੀਂ ਰਹਿ ਜਾਣੀਆਂ। ਗਿਆਤਾ ਗਿਆਨ ਗੇ ਦੀ ਤ੍ਰਿਕਟੀ ਰਹਿ ਨਹੀਂ ਜਾਂਦੀ। ਇਹ ਜੀਵ ਭਾਵ ਵਿੱਚ ਹੀ ਆ। ਜੀਵ ਨੇ ਬ੍ਰਹਮ ਨੂੰ ਜਾਣਨਾ ਵਾ, ਬ੍ਰਹਮ ਨੇ ਜੀਵ ਨੂੰ ਨਹੀਂ ਜਾਣਨਾ, ਜਾਂ ਬ੍ਰਹਮ ਨੇ ਕਿਸੇ ਨੂੰ ਨਹੀਂ ਜਾਣਨਾ। ਉਹ ਤਾਂ ਚੇਤਨ ਹੀ ਹੈ, ਬਸ ਪ੍ਰਕਾਸ਼ ਰੂਪ ਆ, ਅਤੇ ਕੁਝ ਵੀ ਨਹੀਂ ਹੈ। ਇਸ ਕਰਕੇ ਨਹਿ ਸਭ ਹੂੰ ਸਭ ਮਾਹੇ, ਵੀ ਸਭ ਹੂੰ ਸਾਰਿਆਂ ਦੇ ਵਿੱਚ ਨਾ ਮੈਂ ਹਾਂ। ਕਿੱਦਾਂ? ਹੁਣ ਇਹਦਾ ਵੀ ਥੋੜਾ ਡੂੰਘਾ ਕੰਮ। ਸਾਰਿਆਂ ਦੇ ਵਿੱਚ ਮੈਂ ਤੇ ਸਾਰੇ ਤੋਂ ਬਾਹਰ ਕਿਵੇਂ ਆ? ਇਹਦਾ ਸਿੱਧੀ ਪ੍ਰਮਾਣ ਦੀ ਹੁੰਦੀ ਆ ਇਸ ਪ੍ਰਕਾਰ ਨਾਲ, ਜਿਵੇਂ ਆਕਾਸ਼ ਤੇ ਘੜੇ ਦੇ ਪ੍ਰਮਾਣ ਦੇ ਦੁਆਰਾ। ਆਕਾਸ਼ ਵੇਖੋ ਵੀ ਮੱਟ ਤੇ ਘਾਟ, ਇਹਦੇ ਰਾਹੀਂ ਪ੍ਰਮਾਣ ਸਿੱਧੀ ਹੋ ਜਾਂਦੀ। ਸਾਰਿਆਂ ਵਿੱਚ ਹੀ ਸਭ ਤੋਂ ਬਾਹਰ, ਉਹ ਸਾਰਿਆਂ ਵਿੱਚ ਇਵੇਂ ਆ। ਘੜੇ ਦੀ ਉਪਾਧੀ ਕਰਕੇ ਆਕਾਸ਼ ਵਿੱਚ ਪ੍ਰਤੀਤ ਹੁੰਦਾ ਹੈ, ਤੇ ਉਂਝ ਉਹ ਆਕਾਸ਼ ਘੜੇ ਵਿੱਚ ਨਹੀਂ ਗਾ। ਆਕਾਸ਼ ਹਮੇਸ਼ਾ ਅਸੰਗ ਹੀ ਰਹਿੰਦਾ। ਜਦ ਉਹ ਘੜੇ ਕਰਕੇ ਸਾਰਿਆਂ ਵਿੱਚ, ਸਾਰੇ ਘੜਿਆਂ ਵਿੱਚ ਆਕਾਸ਼ ਪ੍ਰਤੀਤ ਹੋਣ ਡਿਆ ਹੈ। ਇਸ ਪ੍ਰਕਾਰ ਉਹ ਆਕਾਸ਼ ਵਿੱਚ ਘੜਿਆਂ ਦੀ ਨਹੀਂ, ਸਿਰਫ ਪ੍ਰਤੀਤ ਹੋਣ ਡਿਆ। ਘੜਾ ਟੁੱਟ ਜਾਵੇ, ਆਕਾਸ਼ ਅਸੰਗ ਹੈ। ਮਤਲਬ ਸਭ ਮਾਹੇ, ਸਾਰਿਆਂ ਦੇ ਵਿੱਚ ਵੀ ਹਾਂ ਤੇ ਸਾਰਿਆਂ ਦੇ ਵਿੱਚ ਨਹੀਂ ਹਾਂ। ਇਹਦਾ ਅਰਥ ਇਸ ਲਈ ਆ ਮੈਂ ਸਭ ਹੂੰ, ਵੀ ਮੈਂ ਸਾਰਿਆਂ ਵਿੱਚ ਵੀ ਨਹੀਂ ਹਾਂ ਤੇ ਸਭ ਮਾਹ ਸਾਰੇ ਵਿੱਚ ਵੀ ਹਾਂ। ਸਭ ਕੇ ਮਦ ਅਲਿਪਤ ਰਹਿ, ਸਾਰੇ ਦੇ ਵਿੱਚ ਹੋ ਕੇ ਵੀ ਅਲਿਪਤ ਰਹਿੰਦਾ ਹਾਂ। ਉਹ ਇਹੀ ਤਰੀਕਾ ਵਾ ਕਿ ਜਿਵੇਂ ਆਕਾਸ਼ ਘੜਿਆਂ ਦੇ ਵਿੱਚ ਹੋਣੇ ਦੇ ਬਾਵਜੂਦ ਵੀ ਅਸੰਗ ਹੈ, ਘੜੇ ਦੀ ਉਪਾਧੀ ਕਰਕੇ ਵਿੱਚ ਪ੍ਰਤੀਤ ਹੋ ਰਿਹਾ ਹੈ ਖਾਲੀ ਸਥਾਨ ਜਿਹੜਾ ਘੜੇ ਦਾ। ਤੇ ਉਹ ਜਿੰਨਾ ਚਿਰ ਘੜਾ ਉਹਨਾਂ ਚਿਰ ਵਿੱਚ ਪ੍ਰਤੀਤ ਹੋਣ ਡਿਆ, ਘੜਾ ਟੁੱਟ ਗਿਆ ਤੇ ਉਹ ਆਕਾਸ਼ ਬਾਹਰ। ਜਾਂ ਇਵੇਂ ਸਮਝ ਲਓ ਵੀ ਆਕਾਸ਼ ਵੇਖੋ ਘੜੇ ਦੇ ਵਿੱਚ ਵੀ ਆ ਤੇ ਘੜੇ ਤੋਂ ਬਾਹਰ ਵੀ ਆ, ਜਿਹੜਾ ਬਾਕੀ ਸਭ ਬਾਹਰ ਵੀ ਇਹਦੇ ਵਿੱਚ ਵੀ ਹੈ। ਇਸੇ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਚੇਤਨ ਦਾ ਭਾਸ ਹੈ ਨਾ, ਉਹ ਅੰਤःਕਰਨ ਦੇ ਵਿੱਚ ਵੀ ਆ ਹੈ ਤੇ ਅੰਤःਕਰਨ ਤੋਂ ਬਾਹਰ ਵੀ ਆ। ਸਭ ਕੇ ਮੱਧ ਅਲਿਪਤ ਰਹਿ। ਜਿਵੇਂ ਸੂਰਜ ਆ, ਉਹ ਪਾਣੀ ਦੇ ਵਿੱਚ ਪ੍ਰਤੀਤ ਵੀ ਹੁੰਦਾ ਤੇ ਉਂਝ ਪਾਣੀ 'ਚ ਹੁੰਦਾ ਨਹੀਂ, ਹੁੰਦਾ ਉਹ ਬਾਹਰ ਹੀ। ਇਸੇ ਪ੍ਰਕਾਰ ਹੀ ਸੂਰਜ ਨੇ ਬ੍ਰਹਮ ਆ, ਅੰਤःਕਰਨ ਰੂਪੀ ਪਾਣੀ ਆ, ਇਹਦੇ ਵਿੱਚ ਪ੍ਰਤੀਬਿੰਬ, ਜਿਵੇਂ ਸੂਰਜ ਦਾ ਪ੍ਰਤੀਬਿੰਬ ਪਾਣੀ ਵਿੱਚ ਪੈਂਦਾ ਹੈ, ਇਸੇ ਪ੍ਰਕਾਰ ਤੇ ਅੰਤःਕਰਨ ਰੂਪੀ ਜਿਹੜਾ ਪਾਣੀ ਆ, ਇਹਦੇ ਵਿੱਚ ਬ੍ਰਹਮ ਰੂਪੀ ਸੂਰਜ ਦਾ ਜਿਹੜਾ ਹੈ ਪ੍ਰਕਾਸ਼ ਪੈਣ ਡਿਆ, ਜਿਸ ਕਰਕੇ ਵੀ ਪ੍ਰਤੀਤ ਹੁੰਦਾ ਹੈ। ਤੇ ਉਹਦੀ ਪ੍ਰਤੀਤੀ ਹੁਣ ਇਹੀ ਜੀਵ ਪੁਣਾ। ਅੰਤःਕਰਨ ਦੀ ਉਪਾਧੀ ਹਟਾ ਦਿਓ ਤੇ ਉੱਥੇ ਭਾਵ ਜਲ ਨੂੰ ਚੁੱਕ ਹਟਾ ਦਿਓ ਤੇ ਸੂਰਜ ਬਾਹਰ ਹੀ। ਇਸੇ ਤਰ੍ਹਾਂ ਅੰਤःਕਰਨ ਦੀ ਉਪਾਧੀ ਹਟਾ ਦਿਓ, ਅੰਤःਕਰਨ ਦੀ ਉਪਾਧੀ ਹਟਾਉਣ ਦੇ ਨਾਲ ਹੀ ਕੀ ਆ, ਜੀਵ ਪੁਣਾ ਖਤਮ ਹੋ ਜਾਂਦਾ ਹੈ ਤੇ ਬ੍ਰਹਮ ਸਾਰਿਆਂ ਦੇ ਵਿੱਚ ਹੀ, ਸਾਰਿਆਂ ਦੇ ਬਾਹਰ ਵੀ ਹੈ।
ਸੋਰਠਾ ਨਾ ਸਭੂ ਸਭ ਮਾਇ ਦਾ ਇਹਦਾ ਸੌਖਾ ਅਰਥ ਇਹ ਵੀ ਅਸੰਗ ਹੈ, ਜਿਵੇਂ ਆਕਾਸ਼ ਅਸੰਗ ਹੈ। ਮਕਾਨ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਹੀ ਅਸੰਗ ਹੀ ਹੈ। ਮਕਾਨ ਢੱਠਣ ਦੀ ਦੇਰ ਆ, ਆਕਾਸ਼ ਫਿਰ ਅਸੰਗ ਹੈ। ਉਹ ਉਪਾਧੀ ਕਰਕੇ ਹੀ ਪ੍ਰਤੀਤ ਹੋਣ ਡਿਆ ਵਾ ਵੀ ਆਕਾਸ਼ ਆ ਮਟਾ ਆਕਾਸ਼ ਹੈ, ਘਟਾ ਆਕਾਸ਼। ਸੋਰਠਾ ਮੈਂ ਚੇਤਨ ਸਰੂਪ, ਮੈਂ ਤੇ ਗੁਰੂ ਜੀ ਚੇਤਨ ਕਹੀਏ ਪ੍ਰਕਾਸ਼ ਸਰੂਪ ਬ੍ਰਹਮ ਦਾ ਸਰੂਪ ਹਾਂ। ਹਾਂਜੀ, ਇੰਦਰ ਜਾਲ ਵਤ ਜਗਤ ਇਹ ਕਹੀਏ ਇਹ ਜਿਹੜਾ ਜਗਤ ਆ ਭਾਵ ਸੰਸਾਰ ਆ, ਇਹ ਤੇ ਇੰਦਰ ਜਾਲ ਆ ਭਾਵ ਮਦਾਰੀ ਦੇ ਤਮਾਸ਼ੇ ਵਤ ਕਹੀਏ ਵਾਂ ਗਿਆ ਮਿਥਿਆ। ਰਿਸ਼ੀ ਮੁਨੀਆਂ ਦਾ ਸਤ ਭੰਗ ਕਰ ਲਈ ਜਿਹੜਾ ਇੰਦਰ ਆ ਬਹੁਤੇ ਜਾਲ ਬਣਾਇਆ ਕਰਦਾ ਸੀ, ਇਹਦਾ ਨਾਮ ਹੀ ਇੰਦਰ ਜਾਲ ਹੋ ਗਿਆ। ਜਿਹੜਾ ਇੰਦਰ ਦੇਵਤਾ ਸੀ ਨਾ, ਉਹ ਰਿਸ਼ੀਆਂ ਮੁਨੀਆਂ ਦੇ ਸਤ ਭੰਗ ਕਰ ਲਈ, ਜਗ ਭੰਗ ਕਰ ਲਈ, ਬੜੇ ਜਾਲ ਪਾਉਂਦਾ ਰਹਿੰਦਾ ਸੀ, ਉਹਦਾ ਨਾਮ ਇੰਦਰ ਜਾਲ ਆ। ਤੇ ਇਸੇ ਤਰ੍ਹਾਂ ਕਹਿ ਰਿਹਾ ਹੈ ਸਿੱਖ ਵੀ ਗੁਰੂ ਜੀ ਮੈਂ ਤੇ ਚੇਤਨ, ਚੇਤਨ ਦਾ ਅਰਥ ਹੁੰਦਾ ਪ੍ਰਕਾਸ਼ ਰੂਪ। ਮੈਂ ਤੇ ਪ੍ਰਕਾਸ਼ ਰੂਪ ਜਿਹੜਾ ਬ੍ਰਹਮ ਆ ਨਾ, ਉਹਦਾ ਰੂਪ ਹਾਂ। ਇਹ ਜਿਹੜਾ ਇਹ ਸੰਸਾਰ ਆ ਨਾ ਗੁਰੂ ਜੀ, ਇਹ ਇੰਦਰ ਜਾਲ ਵਰਤਿਆ ਭਾਵ ਝੂਠਾ ਹੀ ਆ। ਇਹ ਤੇ ਫਾਹ ਪਾਉਣ ਵਾਲਾ, ਜਿਵੇਂ ਇੰਦਰ ਜਾਲ ਵਿੱਚ ਫਸਾ ਕੇ ਤੇ ਰਿਸ਼ੀ ਮੁਨੀ ਸਤ ਭੰਗ ਕਰ ਦਿੰਦਾ, ਇਸੇ ਤਰ੍ਹਾਂ ਇਹ ਸੰਸਾਰ ਜਿਹੜਾ ਵਾ ਇਹ ਸਤ ਭੰਗ ਹੀ ਕਰਦਾ, ਆਪ ਤੋਂ ਦੂਰੀ ਕਰਦਾ ਹੈ, ਮਿਥਿਆ ਹੀ। ਇੰਦਰ ਜਾਲ ਦਾ ਅਰਥ ਹੁੰਦਾ ਵਾ ਮਦਾਰੀ ਦਾ ਤਮਾਸ਼ਾ। ਮਦਾਰੀ ਵੇਖੋ ਕੀ ਕੁਝ ਬਣਾ ਦਿੰਦਾ ਤੇ ਹੁੰਦਾ ਸਭ ਝੂਠਾ ਹੀ ਆ, ਵਰਤਿਆ ਥੋੜ੍ਹੀ ਜਾਂਦਾ ਉਹ। ਨਹੀਂ ਤੇ ਮਦਾਰੀ ਨੂੰ ਕੀ ਲੋੜ ਵਿਚਾਰੇ ਨੂੰ ਥਾਂ ਥਾਂ ਧੱਕੇ ਖਾਣ ਦੀ, ਘਰੇ ਬਹਿ ਕੇ ਚੀਜ਼ਾਂ ਬਣਾ ਕੇ ਖਾਵੇ ਪੀਵੇ। ਸੰਸਾਰ ਵੀ ਇਸੇ ਤਰ੍ਹਾਂ ਇੰਦਰ ਜਾਲ ਮਦਾਰੀ ਦੇ ਤਮਾਸ਼ੇ ਵਾਂਗ ਸਭ ਮਿਥਿਆ ਝੂਠਾ ਹੀ ਹੈ। ਮੈਂ ਤੂੰ ਕਥਾ ਅਨੂਪ ਹੋਈਆ ਹੈ, ਮੈਂ ਤੇ ਤੂੰ ਦੀ ਜਿਹੜੀ ਇਹ ਕਹੀਏ ਇਹ ਜਿਹੜੀ ਕਥਾ ਕਹਾਣੀ ਆ ਨਾ, ਇਹ ਤੇ ਅਨੂਪ ਕਈ ਉਪਮਾ ਤੋਂ ਰਹਿਤ ਆ। ਵਹਿ ਕਹਿਤ ਨਾ ਸੰਭਵੈ ਇਸ ਲਈ ਇਹ ਤੇ ਵਹਿ ਕਹੀਏ ਉਹ। ਕਹਿਤ ਜਿਹੜਾ ਕਹਿਣਾ ਵਾ, ਸੰਭਵ ਹੈ ਬਣਦਾ ਨਾ ਕਹੀਏ ਨਹੀਂ। ਇਹ ਤੇ ਉਹ, ਮੈਂ ਤੇ ਤੂੰ, ਇਹ ਕਹਿਣਾ ਸੰਭਵ ਹੀ ਨਹੀਂ, ਬਣਦਾ ਹੀ ਨਹੀਂ। ਕੌਣ ਮੈਂ ਤੇ ਕੌਣ ਤੂੰ? ਜਦੋਂ ਮੈਂ ਤੂੰ ਆ ਉਦੋਂ ਤੇ ਦੋ ਚੀਜ਼ਾਂ ਵਾ ਵੀ ਇੱਕ ਮੈਂ ਤੇ ਇੱਕ ਤੂੰ। ਤੇ ਜਿੱਥੇ ਬ੍ਰਹਮ ਇੱਕ ਆ, ਜਦੋਂ ਆਤਮ ਸਰੂਪ ਨੂੰ ਜਾਣ ਲੈ ਵੀ ਇੱਕ ਮੇਰਾ ਹੀ ਸਰੂਪ ਆ, ਤੇ ਫਿਰ ਮੈਂ ਤੂੰ ਕੌਣ ਹੈ? ਫਿਰ ਤੇ ਮੈਂ ਹੀ ਹਾਂ। ਮੈਂ ਭਾਵ ਅਹੰ ਬ੍ਰਹਮਾਸਮੀ, ਮੈਂ ਹੀ ਬ੍ਰਹਮ ਹਾਂ। ਤੇ ਜੇ ਅਹੰ ਬਿਰਤੀ ਢਾਹ ਕੇ ਕਹਿਣਾ ਵੀ ਤੂੰ ਹੀ ਆ ਭਾਵ ਬ੍ਰਹਮ ਤੂੰ ਹੀ ਆ, ਇਹ ਮੈਂ ਜੀਵ ਉਹਨਾਂ ਦੇ ਹੈ ਹੀ ਨਹੀਂ। ਅਸਲ ਵਿੱਚ ਮੈਂ ਤੂੰ ਕਹਿਣਾ ਬਣਦਾ ਹੀ ਨਹੀਂ ਭਾਵ ਜਦੋਂ ਉਹ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਆ, ਤੇ ਫਿਰ ਮੈਂ ਤੂੰ ਤਾਂ ਕਿਹਾ ਜਾਂਦਾ ਵੀ ਜੇ ਉਹ ਤੋਂ ਬਿਨਾਂ ਦੂਜਾ ਹੋਰ ਕੋਈ ਵੀ ਹੈਗਾ ਵੀ ਇੱਕ ਤੇ ਇਹ ਜਿਹੜਾ ਬ੍ਰਹਮ ਸਰੂਪ ਉਹ ਮੈਂ ਆ, ਤੇ ਆ ਮੈਂ ਆ, ਤੇ ਆ ਦੂਜਾ ਵੀ ਤੂੰ ਆ, ਕੋਈ ਹੈ ਹੀ ਨਹੀਂ। ਮੈਂ ਤੂੰ ਕਥਾ ਜਿਹੜੀ ਇਹ ਤੇ ਅਫਵਾਹ ਤੋਂ ਰਹਿਤ ਆ। ਵਹਿ ਕਹਿਤ ਨਾ ਸੰਭਵ, ਵਹਿ ਦਾ ਭਾਵ ਉਸ ਨੂੰ ਕਹਿਣਾ ਬਣਦਾ ਹੀ ਨਹੀਂ ਹੈ, ਜਾਂ ਵੀ ਇਹ ਉਹ ਕਹਿਣਾ ਮੈਂ ਤੂੰ ਕਹਿਣਾ ਬਣਦਾ ਹੀ ਨਹੀਂ। ਤੂੰ ਕਰਤਾ ਤੂੰ ਹਾਂ ਹੁਆ ਮੁਝ ਮੇ ਰਹਾ ਨਾ ਹੂੰ। ਦੋਹਰਾ ਦੇਹੀ ਦੇ ਨਾ ਹੋਂ ਕਛੂ, ਹਾਂ ਗਈਏ ਮੇਰੇ ਅੰਤਰ। ਹਾਂ ਦਾ ਅਰਥ ਮੈਂ, ਮੇਰੇ ਅੰਤਰ ਆਤਮ ਜਿਹੜਾ ਸਰੂਪ ਆ, ਉਹ ਸਰੂਪ ਵਿੱਚ ਜਿਹੜੀ ਦੇਹੀ ਆ ਉਹ ਦੇਹੀ ਵੀ ਨਹੀਂ। ਮੇਰੇ ਸਰੂਪ ਵਿੱਚ ਨਾ ਹੀ ਜਿਹੜਾ ਨਾ ਹੀ ਦੇਹੀ ਵੀ ਜੀਵ ਆ, ਦੇਹੀ ਭਾਵ ਜੀਵ, ਨਾ ਹੀ ਪੰਜ ਤੱਤਾਂ ਦਾ ਬਣਿਆ ਜਿਹੜਾ ਦੇਹ ਆ ਉਹ ਸਰੀਰ ਆਦ ਕਛੂ ਕਹੀਏ ਕੁਝ ਹੈ, ਕੁਝ ਵੀ ਨਹੀਂ ਹੈਗਾ। ਕੋਈ ਆਤਮ ਸਰੂਪ ਵਿੱਚ ਨਾ ਹੀ ਜਿਹੜਾ ਦੇਹੀ ਕੌਣ ਆ, ਜੀਵ, ਦੇਹ ਦਾ ਜੋ ਮਾਲਕ ਆ ਉਹ ਵੀ ਨਹੀਂ ਆ, ਤੇ ਦੇਹ ਕਹੀਏ ਸਰੀਰ ਵੀ ਨਹੀਂ ਆ।
ਕਿਉਂਕਿ ਸਰੀਰ ਨੂੰ, ਇੰਦਰੀਆਂ ਨੂੰ, ਤਿੰਨਾਂ ਸਰੀਰ ਨੂੰ ਪ੍ਰਕਾਸ਼ਣ ਵਾਲਾ ਮੇਰਾ ਸਰੂਪ ਹੀ ਹੈ, ਆਤਮਾ ਹੀ ਹੈ, ਉਹੀ ਆ ਕਰੰਟ। ਇਹ ਤੇ ਬਲਬਾਂ ਪੱਖੀਆਂ ਦੀ ਨਹੀਂ ਹੈ ਸਰੀਰ। ਨਾ ਤੇ ਮੇਰਾ ਜਿਹੜਾ ਆਸਣ ਵਿੱਚ ਦੇਹੀ ਪੁਣਾ ਹੀ ਹੈ, ਚੇਤਨ ਵਿੱਚ ਉਹ ਦੇਹੀ ਪੁਣਾ ਦੇ ਅੰਤःਕਰਨ ਦੀ ਉਪਾਧੀ ਕਰਕੇ ਅਤੇ ਅੰਤःਕਰਨ ਨੂੰ ਪ੍ਰਕਾਸ਼ਣ ਵਾਲਾ ਮੇਰਾ ਆਤਮਾ ਹੈ। ਤੇ ਦੇਹ ਵੀ ਨਹੀਂ ਹੈ, ਭਾਵ ਸਰੀਰ ਵੀ ਨਹੀਂ ਹੈ, ਕਿਉਂਕਿ ਜਿਹੜਾ ਮਨ ਬੁੱਧ ਸਰੀਰ ਤੋਂ ਪਰੇ ਹੈ ਤੇ ਦੇਹ ਕਿਵੇਂ ਹੋ ਸਕਦਾ। ਮੁਕਤ ਬੰਧ ਨਹਿ ਹੋਏ। ਨਾ ਹੀ ਚਾਰ ਪ੍ਰਕਾਰ ਦੀ ਜਿਹੜੀ ਮੁਕਤੀ ਆ, ਸ਼ਲੋਕ, ਸਮੀਪ, ਸਰੂਪ, ਸਾਯੁਜ ਤੇ ਜਿਹੜੀਆਂ ਮੁਕਤੀਆਂ, ਇਹ ਸਾਰੀਆਂ ਮੁਕਤੀਆਂ ਜਿਹੜੀਆਂ ਮੁਕਤੀਆਂ ਜਿਹੜੀਆਂ ਚਾਰ ਪ੍ਰਕਾਰ ਦੀਆਂ ਮੁਕਤੀਆਂ, ਇਹ ਵੀ ਨਹੀਂ ਮੇਰੇ ਆਤਮ ਸਰੂਪ ਵਿੱਚ ਬੰਧ ਨਹੀਂ ਹੋਏ ਤੇ ਨਾ ਹੀ ਸੰਸਾਰਕ ਬੰਧ ਕਹੀਏ, ਬੰਧਨ ਹੋਏ ਕਹੀਏ ਹੁੰਦੇ ਹਨ। ਉਸ ਆਤਮ ਸਰੂਪ ਵਿੱਚ ਤੇ ਬੰਧਨ ਵੀ ਕੋਈ ਨਹੀਂ ਹੈਗਾ। ਬੰਧਨ ਤੇ ਸਰੀਰ ਨੂੰ ਆ, ਮੋਹ ਦੇ ਸਰੀਰਾਂ ਦੇ ਆ, ਤੇ ਮਨ ਵਿੱਚ ਹੀ ਦੁੱਖ ਸੁੱਖ ਫੁਰਦਾ ਮੋਹ ਦਾ। ਆਤਮ ਸਰੂਪ ਵਿੱਚ ਤੇ ਕੋਈ ਦੁੱਖ ਸੁੱਖ ਨਹੀਂ ਨਾ ਫੁਰਦਾ, ਇਸ ਕਰਕੇ ਉਸ ਨੂੰ ਆਤਮਾ ਨੂੰ ਨਾ ਹੀ ਸੰਸਾਰਕ ਬੰਧਨ ਹੀ ਹੈ। ਜਤੀ ਨਾ ਵਿਖਾਈ ਹੋਏ ਦਾ ਅਰਥ ਵੀ ਨਹੀਂ ਹੁੰਦੇ, ਤੇ ਅਥਵਾ ਨਹਿ ਹੋਏ ਦਾ ਅਰਥ ਇਹ ਵੀ ਹੁੰਦਾ ਵੀ ਹੁਣ ਵੀ ਨਹੀਂ, ਨਹਿ ਕਹੀਏ ਹੁਣ ਵੀ ਨਹੀਂ ਹਨ, ਹੋਏ ਕਹੀਏ ਅੱਗੇ ਵੀ ਨਹੀਂ ਹੋਣਗੇ। ਜਾਤ ਨਾ ਵੇਖਾਈ ਤਪ ਅਤਪ, ਉੱਥੇ ਤੇ ਗੁਰੂ ਜੀ ਨਾ ਕਹੀਏ ਨਾ ਹੀ, ਜਤੀ ਕਹੀਏ ਜਤ ਰੱਖਣਾ ਹੈ। ਇਹ 8 ਪ੍ਰਕਾਰ ਦੇ ਕਾਮ ਨੂੰ ਕਾਬੂ ਕਰਨਾ ਆਤਮਾ ਵਿੱਚ ਤੇ ਵੀ ਨਹੀਂ ਹੈ। ਤੇ ਨਾ ਵੇਖਾਈ, ਨਾ ਹੀ ਵੇਖਾਈ ਕੋਈ ਵਿਸ਼ੇ ਪੁਣਾ ਹੀ ਹੈ। ਤਪ ਨਾ ਹੀ ਤਪਸਵੀ ਪੁਣਾ ਹੀ ਹੈ। ਅਤਪ ਕਹੀਏ ਨਾ ਹੀ ਤਪੱਸਿਆ ਤੋਂ ਰਹਿਤ ਪੁਣਾ ਹੀ। ਨਹਿ ਹਉ ਏਕ ਨਾ ਦੋਏ, ਅਤੇ ਉਸੇ ਹਉ ਕਹੀਏ ਮੇਰੇ ਆਤਮ ਸਰੂਪ ਦੇ ਵਿੱਚ ਨਾ ਹੀ ਏਕ ਕਹੀਏ ਇੱਕ ਪੁਣਾ, ਤੇ ਨਾ ਹੀ ਦੋਏ ਕਹੀਏ ਦੂਜਾ ਪੁਣਾ। ਕਿਉਂਕਿ ਜੇ ਦੂਜਾ ਪੁਣਾ ਨਹੀਂ, ਇਸੇ ਕਰਕੇ ਇੱਕ ਪੁਣਾ ਨਹੀਂ ਹੈਗਾ। ਮੁੱਕਦੀ ਗੱਲ ਹੈ। ਜਤੀ ਨਾ ਜੋ ਵੇਖਾਈ ਤਪ ਅਤਪ, ਜਤੀ ਕਹੀਏ ਵੀ ਜਿਹੜੇ ਕਾਮ ਦੇ 8 ਅੰਗ ਆ ਤੋਂ ਬਚਿਆ ਹੋਇਆ ਜਿਹੜਾ ਉਹਨੂੰ ਕਹੀਦਾ ਜਤੀ। ਵਿਖਾਈ ਕਹੀਦਾ ਜਿਹੜਾ ਵਿਸ਼ੇ ਵਿਕਾਰ ਪਦਾਰਥਾਂ ਦੇ ਭੋਗਣ ਵਾਲਾ। ਤਪ ਕਹੀਦਾ ਤਪੱਸਿਆ ਕਰਨ ਵਾਲਾ। ਤਪ ਕਹੀਦਾ ਸਰੀਰ ਨੂੰ ਤਪਾਉਣ ਤੋਂ ਰਹਿਤ ਹੋਣ ਵਾਲਾ, ਜਿਹੜਾ ਸਰੀਰ ਨੂੰ ਨਾਲ ਤਪ ਨਹੀਂ ਕਰਦਾ। ਤਪ ਹੁੰਦਾ ਜਿਹੜਾ ਸਰੀਰ ਨੂੰ ਕਠਿਨਾਈ ਦੇ ਕੇ ਤਪ ਕਰਦਾ, ਕਿਉਂਕਿ ਸਰੀਰ ਨੂੰ ਤਪਾ ਕੇ ਜਿਹੜਾ ਸਰੀਰ ਨੂੰ ਕਸ਼ਟ ਦੇਈਏ ਨਾ, ਇਸ਼ਨਾਨ ਪਾਣੀ ਕਰੀਏ, ਜਲ ਧਾਰਾ ਕਰੀਏ, ਤੇ ਆਤਮਾ ਦੀ ਪ੍ਰਾਪਤੀ ਹੁੰਦੀ ਹੈ। ਅਤੇ ਅਤਪ ਕਹੀਏ ਤਪ ਨਾ ਕਰਕੇ ਆਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਮੇਰਾ ਜਿਹੜਾ ਯਥਾਰਥ ਸਰੂਪ ਆ ਉਹ ਸਵੈ ਮੁਕਤ ਹੈ, ਆਪਣੇ ਆਪ ਹੀ ਮੁਕਤ ਆ। ਇਸ ਲਈ ਮੇਰੇ ਸਰੂਪ ਵਿੱਚ ਜਿਹੜਾ ਤਪ ਅਤਪ ਆ, ਤਪ ਕਰਨਾ ਨਾ ਕਰਨਾ, ਇਹ ਨਹੀਂ। ਆਤਮਾ ਤੋਂ ਉਹਦੇ ਇਹੋ ਜਿਹੀ ਸਰੀਰ ਨੂੰ ਤਪਾ ਕੇ ਆਤਮਾ ਦੀ ਪ੍ਰਾਪਤੀ ਹੁੰਦੀ ਆ, ਸਰੂਪ ਵਿੱਚ ਨਹੀਂ ਹੈ ਤਪ ਤੋਂ ਅਤਪ। ਤੇ ਨਾ ਹੀ ਮੇਰਾ ਇੱਕ ਸਰੂਪ ਹੈ, ਨਾ ਹੀ ਉਹ ਦੋ ਰੂਪ ਹੈ। ਕਿਉਂਕਿ ਇੱਕ ਤਾਂ ਤਦ ਕਹਿਣਾ ਬਣਦਾ ਜੇ ਉਸਦੇ ਸਦਰਸ਼ ਹੋਰ ਕੋਈ ਹੋਵੇ, ਤਾਂ ਹੀ ਕਵਾਂਗੇ ਨਾ ਜੀ ਵੀ ਜਿਹੜੇ ਬਰਾਬਰ ਦਾ ਇੱਕ ਹੋਰ ਹੋਵੇ, ਤੇ ਫਿਰ ਕਵਾਂਗੇ ਵੀ ਮੈਂ ਤਾਂ ਇੱਕੋ ਹੀ ਇੱਕ ਹਾਂ, ਅਸਲ ਦੂਜਾ ਨਹੀਂ ਕੋਈ ਹੈਗਾ। ਤੇ ਨਾ ਮੈਂ ਇੱਕ ਸਰੂਪ ਹਾਂ, ਨਾ ਹੀ ਦੋ ਰੂਪ ਹਾਂ, ਕਿਉਂਕਿ ਇੱਕ ਤਾਂ ਕਹਿਣਾ ਬਣਦਾ ਜੇ ਉਸਦੇ ਸਦਰਸ਼ ਹੋਰ ਕੋਈ ਹੋਵੇ। ਜਦ ਹੈ ਹੀ ਆਪੇ ਆਪ, ਤਾਂ ਇੱਕ ਕਿਸ ਨੂੰ ਕਹਿਣਾ ਹੈ ਜਦੋਂ ਆਪਣੇ ਆਪ ਹੀ ਹੈਗਾ।
ਫਿਰ ਦੋ ਤਾਂ ਤਦ ਕਹੀਏ ਜੇ ਵਾਸਤਵ ਵਿੱਚ ਦੋ ਹੋਣ। ਜਦ ਹੈ ਹੀ ਇੱਕ ਬ੍ਰਹਮ ਤਾਂ ਦੋ ਕਿਵੇਂ ਕਿਹਾ ਜਾ ਸਕਦਾ? ਭਾਵ ਇੱਕ ਜਾਂ ਦੋ ਕੁਝ ਵੀ ਕਹਿਣਾ ਨਹੀਂ ਬਣਦਾ। ਨਾਹੋ ਏਕ ਨਾ ਦੋਏ। ਅਰਥ ਵਾਸਤੇ ਸੌਖਾ ਸਮਝਣਾ ਇਹੋ ਤਰੀਕਾ ਵਾ ਵੀ ਉਹ 'ਚ ਦੂਜਾ ਪੁਣਾ ਨਹੀਂ ਹੈਗਾ, ਜਿਸ ਕਰਕੇ ਉਹ 'ਚ ਇੱਕ ਪੁਣਾ ਨਹੀਂ ਹੈਗਾ। ਇੱਕ ਦੋ ਤਾਂ ਬਣਦੇ ਆ ਜੇ ਦੋ ਹੈਗਾ ਵਾ ਤੇ ਇੱਕ ਵਾ, ਜੇ ਇੱਕ ਹੈਗਾ ਤੇ ਦੋ ਆ। ਉਹਦੇ ਵਿੱਚ ਇੱਕ ਦੋ ਪੁਣਾ ਨਹੀਂ ਪਾਓ, ਉਹ ਇਕੱਲਾ ਹੀ ਆ। ਮੁੱਕਦੀ ਗੱਲ ਵੀ ਉਹ ਇੱਕ ਰਸ ਹੀ ਆ, ਆਪਣੇ ਆਪ ਵਿੱਚ ਆਪ ਹੀ ਆ, ਆਪੇ ਆਪ ਨਿਰੰਜਨ ਸੋਈ। ਇਸ ਕਰਕੇ ਨਾ ਤੇ ਉਹਦੇ ਵਿੱਚ ਇੱਕ ਪੁਣਾ ਆਤਮਾ ਵਿੱਚ, ਨਾ ਦੋ ਪੁਣਾ, ਕਿਉਂਕਿ ਇੱਕੋ ਹੀ ਇੱਕ ਆ ਨਾ ਆਤਮ ਸਰੂਪ ਸਾਰੇ ਪਾਸੇ। ਦੂਜਾ ਆਤਮ ਸਰੂਪ ਤੇ ਬ੍ਰਹਮ ਸਰੂਪ ਤੇ ਕੋਈ ਹੈ ਨਹੀਂ। ਫਿਰ ਕਾਹਨੂੰ ਕਹਿਣਾ ਵੀ ਇੱਕ ਹੈ ਤੇ ਜਾਂ ਕਹਿਣਾ ਵੀ ਦੂਜਾ ਹੈ? ਉਹਦੇ ਆਪਣੇ ਆਪ 'ਚ ਆਪੇ ਹੀ ਆ, ਆਪਣੇ ਸਵ ਸਹਿਭਾਵ ਹੈ। ਦੋਹਰਾ ਪੂਰਬ ਪਸ਼ਚਮ ਉਰਧ ਤਪ ਆਦ। ਪੂਰਬ ਚੜ੍ਹਦਾ ਪਾਸਾ, ਪੱਛਮ ਲਹਿੰਦਾ ਪਾਸਾ, ਸ਼ਿਵ ਦਾ ਪਾਸਾ, ਉਰਧ ਉੱਚਾ ਭਾਵ ਆਕਾਸ਼ ਵਾਲਾ ਪਾਸਾ, ਆਦ ਕਹੀਏ ਨੀਵਾਂ, ਨੀਵਾਂ ਥਾਂ ਪਤਾਲ ਵਾਲਾ ਪਾਸਾ, ਪਤਾਲ ਵਾਲਾ ਪਾਸਾ। ਉੱਤਰ ਦਸ਼ਣ ਨਾਹੀਂ, ਚਾਰ ਦਿਸ਼ਾਵਾਂ ਵਿੱਚੋਂ ਇੱਕ ਉੱਤਰ ਦਿਸ਼ਾ ਵਾ ਪਹਾੜ ਵਾਲੀ, ਦਸ਼ਣ ਜਿਹੜਾ ਦੱਖਣ ਆਦਿ। ਉੱਥੇ ਕੁਝ ਵੀ ਨਾਹੀਂ ਕਹੀਏ ਨਹੀਂ। ਆਤਮ ਸਰੂਪ ਵਿੱਚ ਕੁਝ ਵੀ ਨਹੀਂ। ਚਾਰ ਦਿਸ਼ਾਵਾਂ ਭਾਵ ਦਿਸ਼ਾਵਾਂ ਦਾ ਭਰਮ ਹੀ ਨਹੀਂ ਕੋਈ। ਆਤਮ ਸਰੂਪ ਵਿੱਚ ਲਗ ਦੀਰਘ ਨਿਆਰੋ ਮਿਲਿਓ, ਉੱਥੇ ਨਾ ਹੀ ਲਗ ਕਹੀਏ ਜਿਹੜਾ ਛੋਟਾ ਗੁਣਾ ਹੈ, ਦੀਰਘ ਕਹੀਏ ਨਾ ਹੀ ਵੱਡਾ ਗੁਣਾ ਹੈ, ਤੇ ਨਿਆਰੋ ਨਾ ਹੀ ਉਹ ਵੱਖਰਾ ਗੁਣਾ ਉਹਦੇ ਵਿੱਚ, ਅਥਵਾ ਨਾ ਹੀ ਕਿਤੇ ਵੱਖਰਾ ਹੋ ਕੇ ਮਿਲਿਓ, ਕੋਈ ਮਿਲਿਆ ਲੀਨ ਹੋਇਆ ਬੈਠਾ ਵੱਖਰਾ ਹੋ ਕੇ, ਨਾ ਤੇ ਨਿਆਰਾ ਪੁਣਾ ਵੀ ਨਹੀਂ ਹੈ। ਨਹਿ ਬਾਹਰ ਨਹਿ ਮਾਹੀ, ਨਹਿ ਨਾ ਹੀ ਬਾਹਰ ਕਿਸੇ ਸਥਾਨ ਵਿੱਚ ਆ, ਨਾ ਹੀ ਕਿਤੇ ਬਾਹਰ ਸੰਸਾਰ ਵਿੱਚ ਆ। ਨਹਿ ਬਾਹਰ ਨਹਿ ਮਾਹੀ ਭਾਵ ਨਾ ਤੇ ਉਹ ਵਿੱਚ ਆ, ਨਾ ਉਹ ਬਾਹਰ ਆ, ਮੱਧ ਵਿੱਚ ਹੋ ਕੇ ਵੀ ਅਲਿਪਤ ਰਹਿਣ ਡਿਆ। ਪੂਰਬ ਪੱਛਮ ਉਰਧ ਆਦ। ਇਹਦਾ ਸਮਝੀਏ ਕੁਝ। ਆ ਮੇਰੇ ਆਤਮ ਸਰੂਪ ਵਿੱਚ ਵੀ ਪੂਰਬ ਪਾਸੇ ਆ, ਜਾਂ ਉਸ ਆਤਮ ਸਰੂਪ ਵਿੱਚ ਪੂਰਬ ਪੱਛਮ ਉੱਤਰ ਦੱਖਣ ਧਰਤੀ ਆਕਾਸ਼ ਪਤਾਲ ਦਸੇ ਦਿਸ਼ਾਵਾਂ ਹੀ ਸਮਝ ਲਓ, ਕੁਝ ਵੀ ਨਹੀਂ ਆ, ਕਿਉਂਕਿ ਉਹ ਸਰਬ ਵਿਆਪੀ ਆ। ਤੇ ਸਰਬ ਵਿਆਪੀ ਹੋਣ ਕਰਕੇ ਉਹ ਛੋਟਾ ਨਹੀਂ ਆ, ਨਾ ਉਹ ਵੱਡਾ ਹੀ ਆ, ਨਾ ਕਿਤੇ ਵੱਖਰਾ ਮਿਲਿਆ। ਕਿਉਂਕਿ ਸਰਬ ਵਿਆਪੀ ਜਿਹੜਾ ਉਹ ਵੱਖਰਾ ਕਿਵੇਂ ਹੋ ਕੇ ਮਿਲੂਗਾ? ਹਾਂਜੀ, ਕਿੱਦਾਂ ਵੱਖਰਾ ਹੋ ਕੇ ਮਿਲੂਗਾ? ਜੋ ਹਰੇਕ ਥਾਂ ਤੇ ਆ। ਵੱਖਰਾ ਹੋਣ ਦਾ ਮਤਲਬ ਵੀ ਉਹ ਇੱਕ ਥਾਂ ਦਾ ਵਾਸੀ ਹੈ। ਹਾਂਜੀ, ਤੇ ਨਾ ਹੀ ਉਹ ਵਿੱਚ ਕਹਿ ਸਕਦੇ ਆ। ਵਿੱਚ ਕਿਹ 'ਚ ਕਹਾਂਗੇ? ਆਕਾਸ਼ 'ਚ ਕਹਾਂਗੇ ਕਿ ਧਰਤੀ 'ਚ ਕਹਾਂਗੇ? ਕਿਉਂਕਿ ਧਰਤੀ ਵੀ ਛੋਟੀ ਆ, ਆਕਾਸ਼ ਵੀ ਇੱਕ ਨਹੀਂ ਕਈ ਆਕਾਸ਼, ਉਹਦੇ ਸਾਰੇ ਆਕਾਸ਼ਾਂ ਵਿੱਚ ਸਮਾਇਆ ਹੋਇਆ। ਇਸ ਕਰਕੇ ਉਹ ਵਿੱਚ ਸਮਾ ਕੇ ਵੀ ਅਲਿਪਤ ਆ। ਤੇ ਨਹਿ ਬਾਹਰ, ਨਾ ਉਹ ਬਾਹਰ ਆ। ਬਾਹਰ ਕਿੱਥੋਂ ਹੋਣਾ? ਫਿਰ ਕਿਸੇ ਦੇਸ਼ ਵਿੱਚ ਥੋੜ੍ਹੀ ਆ ਉਹ, ਜਾਂ ਕਿਸੇ ਦਿਸ਼ਾ ਵਿੱਚ ਥੋੜ੍ਹੀ ਆ। ਉਹਦੇ ਸਰਬ ਵਿਆਪੀ। ਇੱਥੇ ਭਾਵ ਇਹੀ ਆ ਕਿ ਜਿਹੜਾ ਆਤਮ ਸਰੂਪ ਹੈ ਨਾ, ਉਹ ਵਿਆਪਕ ਆ। ਵਿਆਪਕ ਹੋਣੇ ਕਰਕੇ ਉਹਦੇ ਵਿੱਚ ਛੋਟਾ ਪੁਣਾ ਵੱਡਾ ਪੁਣਾ ਕੁਝ ਨਹੀਂ ਆ। ਨਾ ਉਹ ਪੂਰਬ ਆ, ਨਾ ਉਹ ਪੱਛਮ, ਨਾ ਉਹ ਉੱਤਰ ਆ, ਨਾ ਦੱਖਣ, ਕਿਤੇ ਇੱਕ ਪਾਸੇ ਨਹੀਂ ਆ। ਸਰਬ ਵਿਆਪੀ ਹੈ। ਨਹਿ ਦੋਹਰਾ ਦਹਿ ਉਤਪੁਤ ਨਹਿ ਬ੍ਰਿਧ ਲੈ। ਇਹ ਕਹਿਣਾ ਗੁਣਾ ਕੁਝ ਨਹੀਂ ਬਣਦਾ, ਜੋ ਉੱਪਰ ਦੱਸ ਰਹੇ ਸਾਰਾ। ਦੋਹਰ
ਅਲੱਗ ਹੁੰਦਾ ਛੋਟਾ, ਦੀਰਘ ਹੁੰਦਾ ਵੱਡਾ, ਨਿਆਰਾ ਹੁੰਦਾ ਵੱਖਰਾ। ਛੋਟਾ ਵੱਡਾ ਨਹੀਂ ਆ, ਨਿਆਰਾ ਨਹੀਂ ਆ, ਤੇ ਕਿਤੇ ਮਿਲਿਆ ਨਹੀਂ ਥਾਂ, ਇੱਕ ਥਾਂ ਬੈਠਾ। ਸਰਬ ਵਿਆਪੀ ਹੈ ਉਹ, ਕਿਤੇ ਬਾਹਰ ਨਹੀਂ ਆ, ਕਿਸੇ ਧਰਤੀ ਤੋਂ ਬਾਹਰ ਆ ਹੈ, ਜਾਂ ਧਰਤੀ ਵਿੱਚ ਆ, ਜਾਂ ਕਿਤੇ ਵੀ ਆਕਾਸ਼ ਵਿੱਚ ਆ, ਜਾਂ ਸੱਤਾਂ ਪਤਾਲਾਂ ਵਿੱਚ, ਜਾਂ ਸੱਤਾਂ ਆਕਾਸ਼ਾਂ ਵਿੱਚ ਨਹੀਂ। ਉਹ ਸਾਡੇ ਸਰਬ ਵਿਆਪੀ ਆ। ਦੋਹਰਾ ਨਹਿ ਉਤਪਤ ਨਹਿ ਬ੍ਰਿਧ ਲੈ। ਹਾਂਜੀ, ਉੱਥੇ ਮੇਰੇ ਆਤਮ ਸਰੂਪ ਵਿੱਚ, ਜਾਂ ਮੇਰਾ ਜਿਹੜਾ ਆਤਮ ਸਰੂਪ ਆ ਉਹਦੇ ਵਿੱਚ ਨਾ ਤੇ ਉਤਪਤ ਕੀ ਜੰਮਣਾ ਹੀ, ਪੈਦਾਇਸ਼ ਹੀ, ਨਾ ਬ੍ਰਿਧ ਲੈ, ਨਾ ਹੀ ਉਹਦੇ ਵਿੱਚ ਬ੍ਰਿਧ ਕਹੀਏ ਬੁਢਾਪਾ ਹੈ, ਤੇ ਨਾ ਹੀ ਲੈ ਕਹੀਏ ਲੀਨ ਹੋਣਾ, ਭਾਵ ਮਰਨਾ ਹੀ ਹੈ। ਰੂਪ ਰੰਗ ਰਸ ਭੇਦ, ਤੇ ਨਾ ਹੀ ਕੋਈ ਛੋਟਾ ਵੱਡਾ ਰੂਪ। ਉਹਦਾ ਰੂਪ ਕਹੀਏ ਆਕਾਰ ਹੀ ਹੈ, ਵੀ ਕਿੱਡਾ ਕੁ ਵੱਡਾ, ਕਿੱਡਾ ਕੁ ਚੌੜਾ, ਕਿੱਡਾ ਕੁ ਜਵਾਨ, ਕਿ ਮਧਰਾ, ਕਿ ਛਿੱਟਾ। ਫਿਰ ਨਾ ਹੀ ਉਹ ਚਿੱਟਾ, ਕਾਲਾ, ਪੀਲਾ, ਲਾਲ ਆਦਿ ਰੰਗ ਵਾਲਾ ਹੀ ਹੈ। ਤੇ ਰਸ ਕਹੀਏ ਨਾ ਹੀ ਹਾਰ ਸ਼ਿੰਗਾਰ। 6 ਤਰ੍ਹਾਂ ਦੇ ਰਸ ਜਿਹੜੇ ਉਹ ਰਸਾਂ ਵਿੱਚ ਹੀ ਆ। ਉਹ ਆਤਮ ਸਰੂਪ ਵਿੱਚ ਕੋਈ ਰਸ ਵੀ ਨਹੀਂ ਆ, ਨਾ ਤੇ ਕੋਈ ਸ਼ਿੰਗਾਰ ਬਣਦਾ, ਨਾ ਕੋਈ ਮਿੱਠਾ ਖੱਟੇ ਦਾ ਰਸ ਹੀ ਹੈ। ਹਾਂਜੀ, ਨਾ ਹੀ ਉੱਥੇ ਕੋਈ ਕਿਸੇ ਕਿਸਮ ਦਾ ਕੋਈ ਭੇਦ ਫਰਕ ਹੀ ਹੈ। ਇਉਂ ਉੱਥੇ ਇਹਨਾਂ ਦਾ ਕੋਈ ਭੇਦ ਭਰਮ ਨਹੀਂ ਹੈ। ਕੋਈ ਸੁਭਾਵ ਜਿਹੜੇ 9 ਰਸ ਆ ਜਾਂ 6 ਰਸ ਆ, ਇਹਦਾ ਕੋਈ ਭੇਦ ਨਹੀਂ ਆ। ਨਾ ਹੀ ਉਸ ਰੂਪ ਦਾ ਕੋਈ ਆਕਾਰ ਆ, ਨਾ ਕੋਈ ਕਾਲਾ ਪੀਲਾ ਚਿੱਟਾ ਰੰਗ ਹੀ ਆ, ਨਾ ਉਹ ਪੈਦਾ ਹੁੰਦਾ ਵਾ, ਨਾ ਉਹ ਬੁੱਢਾ ਹੁੰਦਾ, ਨਾ ਜਵਾਨ, ਨਾ ਮਰਦਾ, ਨਾ ਕੁਝ ਵੀ ਨਹੀਂ। ਇਸ ਸ਼ਬਦ ਦੀ ਜਿਹੜੀ ਕਥਾ ਨਾ, ਉਹ ਅਚਰਜ ਕਥਾ ਮਹਾਂ ਅਨੂਪ ਪ੍ਰਾਤਮਕ ਪਰਬ੍ਰਹਮ ਕਾ ਰੂਪ। ਨਾ ਹੈ ਬੁੱਢਾ, ਨਾ ਹੋ ਬਾਲਾ। ਉੱਥੇ ਗੁਰੂ ਅਰਜਨ ਸਾਹਿਬ ਜੀ ਨੇ ਸਾਰਾ ਹੀ ਸ਼ਬਦ ਵਿੱਚ ਕਥਨ ਕੀਤਾ ਹੈ। ਉਹ ਸਾਰੀ ਆਤਮ ਸਰੂਪ ਦੀ ਕਥਾ। ਜੋਗੀ ਭੋਗੀ ਰਹਿ, ਉੱਥੇ ਆਤਮਾ ਸਰੂਪ ਵਿੱਚ ਨਹਿ ਕਹੀਏ, ਨਾ ਹੀ ਜੋਗੀ ਕਹੀਏ, ਜੋਗੀ ਪੁਣਾ, ਜੋਗ ਪੁਣਾ ਭਾਵ ਜੋਗ ਦਾ ਨੇਮ ਕਰਨ ਵਾਲਾ ਹੈ। ਇਹ ਐਸਾ ਵੀ ਕੁਝ ਨਹੀਂ ਹੈ। ਤੇ ਨਾ ਭੋਗੀ, ਨਾ ਕੋਈ ਵਿਸ਼ਈ ਪੁਣਾ ਵਾ। ਹਾਂਜੀ, ਜੋਗ ਦੀ 8 ਅੰਗ ਨਾ, ਜਮ ਨੇਮ ਆਦਿ ਪ੍ਰਤਿਹਾਰ ਪ੍ਰਾਣਾਯਾਮ, ਇਹ ਵੀ ਨਹੀਂ ਹੈਗਾ ਆਤਮ ਸਰੂਪ ਵਿੱਚ। ਨਾ ਭੋਗੀ ਪਦਾਰਥਾਂ ਦੇ ਭੋਗਣ ਵਾਲਾ ਵਿਸ਼ਈ ਪੁਣਾ ਹੀ ਆ ਉਹ। ਨਾ ਹੀ ਕਿਤੇ ਨਾ ਇਸਤਤ ਨਾ ਖੇਦ, ਤੇ ਨਾ ਹੀ ਉਸ ਮੇਰੇ ਸਰੂਪ ਵਿੱਚ ਗੁਰੂ ਜੀ ਕਿਤੇ ਇਸਤਤ ਭਾਵ ਟਿਕਾਣਾ ਹੀ ਆ। ਉਹਦਾ ਕਿਤੇ ਟਿਕਾਣਾ ਵੀ ਨਹੀਂ ਹੈ। ਇੱਕ ਥਾਂ ਤੇ ਟਿਕਾਣਾ ਹੈ, ਜਿਵੇਂ ਆਪਣੇ ਟਿਕਾਣੇ ਹੀ ਹੈ ਨਾ ਆਪੋ ਆਪਣੇ, ਉਹਦਾ ਸਰਬ ਵਿਆਪੀ ਟਿਕਾਣਾ। ਅਤੇ ਨਾ ਖੇਦ, ਨਾ ਹੀ ਉੱਥੇ ਕਿਸੇ ਤਰ੍ਹਾਂ ਦਾ ਜੰਮਣ ਮਰਨ ਆਦਿ ਕੋਈ ਖੇਦ ਕਹੀਏ, ਦੁੱਖ ਕਲੇਸ਼ ਕਸ਼ਟ ਹੀ ਹੈ। ਖੇਦ ਦਾ ਅਰਥ ਦੁੱਖ ਜਾਂ ਕਲੇਸ਼ ਜਾਂ ਕਸ਼ਟ। ਇਸ ਸਥਿਤੀ ਦਾ ਅਰਥ ਹੁੰਦਾ ਵੀ ਟਿਕਾਓ। ਐਸਾ ਵੀ ਕੋਈ ਨਹੀਂ, ਕਿਉਂਕਿ ਉਹ ਚੰਚਲ ਹੀ ਨਹੀਂ ਆ, ਤੇ ਫਿਰ ਟਿਕਾਓ ਕਾਹਦਾ। ਜਿਹੜਾ ਚੰਚਲ ਹੋਵੇ ਉਹਨੂੰ ਕਈ ਦਿਨ ਵੀ ਬੜਾ ਚੰਚਲ ਸੀ, ਹੁਣ ਟਿਕ ਗਿਆ। ਉਹ ਆਤਮਾ ਤੇ ਚੰਚਲ ਹੀ ਨਹੀਂ, ਕਿਉਂਕਿ ਜਿਹੜਾ ਵਿਆਪਕ ਆ ਸਤਸੰਗ ਦੀ, ਉਹ ਖੇਲੂ ਕਿਵੇਂ। ਇਹ ਸਥਿਤੀ ਟਿਕਾਓ ਵਸਤੂ ਦੇ ਹਿਸਾਬ ਨਾਲ ਹੁੰਦੀ ਆ। ਪਦਾਰਥ ਸੰਸਾਰ ਦੇ ਜਿੰਨੇ ਵੀ ਆ, ਪਹਾੜ ਆਦਿ ਆ, ਉਹਦੇ ਇੱਕ ਥਾਂ ਦੇ ਉੱਪਰ ਹੋਣੇ ਕਰਕੇ ਇਹ ਸਥਿਤੀ ਆ। ਹਾਂਜੀ, ਉਹਨੂੰ ਕਹਾਂਗੇ ਇਹ ਸਥਿਤੀ ਆ। ਜੇ ਕਿਤੇ ਇਹ ਹਿੱਲ ਹੁੱਲ ਗਿਆ ਕਹਾਂਗੇ ਵੀ ਢੋ ਚੰਚਲ ਆ। ਤੇ ਆਤਮਾ ਦੇ ਸਰਬ ਵਿਆਪੀ, ਉਹ ਇੱਕ ਦਾ ਉਹਦਾ ਇੱਕ ਥਾਂ ਟਿਕਾਣਾ ਹੀ ਨਹੀਂ ਹੈ। ਮਤਲਬ ਸਰਬ ਵਿਆਪੀ ਹੋਣੇ ਕਰਕੇ ਉਹ ਹਿਲਦਾ ਜੁਲਦਾ ਨਹੀਂ, ਇਸ ਕਰਕੇ ਉਹਦੇ ਵਿੱਚ ਸਥਿਤੀ ਪੁਣਾ ਵੀ ਨਹੀਂ ਹੈ, ਕਿਉਂਕਿ ਚੰਚਲ ਪੁਣਾ ਨਹੀਂ ਹੈਗਾ। ਨਾ ਖੇਦ, ਉਹਦੇ ਵਿੱਚ ਦੁੱਖ ਵੀ ਕਲੇਸ਼ ਨਹੀਂ ਹੈਗਾ। ਜੰਮਣ ਮਰਦਾ, ਜੰਮਦਾ ਨਹੀਂ ਹੈ, ਮਰਦਾ ਨਹੀਂ ਹੈ, ਜਿਸ ਕਰਕੇ ਕੋਈ ਖੇਦ ਨਹੀਂ। ਆਤਮਾ ਨਾਲੇ ਕੱਟਿਆ ਵੱਢਿਆ ਜਾਂਦਾ। ਪ੍ਰਕਾਸ਼ ਨੂੰ ਨਾਲੇ ਸਾਧ ਸੰਗਤ ਜੀ ਕੀ ਦੁੱਖ ਹੈ। ਪ੍ਰਕਾਸ਼ ਨੂੰ ਅਸੀਂ ਕੀ ਕੱਟਾਂਗੇ, ਕੀ ਵੱਢਾਂਗੇ, ਕੀ ਅੱਗ ਲਾਵਾਂਗੇ, ਕੀ ਸਾੜਾਂਗੇ, ਕੋਈ ਦੁੱਖ ਹੀ ਨਹੀਂ ਹੈ।
ਜੋ ਮਰਦਾ ਹੀ ਨਹੀਂ ਆ ਫਿਰ ਉਹ ਜੰਮਦਾ ਕਿੱਥੋਂ? ਜੋ ਮਰੇਗਾ ਉਹੀ ਜੰਮੇਗਾ ਨਾ। ਮੈਂ ਜੋਗੀ ਹੈ ਨਾਂ ਦੇ ਚ ਜੋਗ ਬਣਾ, ਜੋਗ ਪੁਣਾ ਕਰਕੇ ਹੀ ਤੇ ਉਸ ਆਤਮਾ ਦਾ ਰਸ ਲੈਣਾ, ਮਤਲਬ ਪਹਿਲਾਂ ਸੀ ਤੇ ਉਹਦਾ ਰਸ ਲੈਣਾ ਹੈ। ਤੇ ਇਸ ਕਰਕੇ ਜੋਗੀ ਪੁਣਾ ਤੇ ਕਰਕੇ ਆਤਮਾ ਦਾ ਰਸ ਲੈਣਾ, ਉਹਦੇ ਵਿੱਚ ਜੋਗੀ ਪੁਣਾ ਨਹੀਂ ਆ। ਉਹਦਾ ਤੇ ਜੋਗ ਪੁਣਾ ਕਰਕੇ ਰਸ ਲੈਣਾ, ਉਹਦੇ 'ਚ ਜੋਗੀ ਪੁਣਾ ਨਹੀਂ ਹੈ। ਤੇ ਭੋਗੀ ਪੁਣਾ ਇਹ ਸਰੀਰ ਵਿੱਚ ਆ। ਕਰਮ ਕਿਰਿਆ ਪੱਖੇ 'ਚ ਹੁੰਦੀ ਆ, ਬੱਤੀ 'ਚ ਨਹੀਂ ਹੁੰਦੀ। ਕਰਮ ਕਿਰਿਆ ਸਰੀਰ ਵਿੱਚ ਆ, ਵਿਸ਼ਈ ਪੁਣਾ ਕਰਨਾ, ਪਦਾਰਥਾਂ ਦਾ ਭੋਗਣਾ, ਚਾਹੇ ਇੰਦਰੀਆਂ ਦੇ ਰਾਹੀਂ ਕਰਮ ਇੰਦਰੀਆਂ ਰਾਹੀਂ, ਚਾਹੇ ਗਿਆਨ ਇੰਦਰੀਆਂ ਰਾਹੀਂ। ਵਿਸ਼ਈ ਪੁਣਾ ਕਰਨਾ ਵਾ, ਵਿਸ਼ੇ ਭੋਗਣੇ ਆ, ਭੋਗੀ ਬਣ ਕੇ ਜਾਂ ਸ਼ਗਨ ਛਕਾਉਂਦੇ ਜਾਂ ਪਾਉਣ ਹੰਡਾਉਣ ਭੋਗ ਹੈ ਤੇ ਸਰੀਰ ਦੇ, ਉਸ ਆਤਮਾ ਸਰੂਪ 'ਚ ਨਹੀਂ ਹੈ। ਜਿੰਨਾ ਕੁਝ ਵੀ ਆ ਇਹ ਸਥਿਤੀ ਵੀ ਸਰੀਰ ਦੀ ਆ, ਵੀ ਹੁਣ ਇਸ ਸਥਿਤੀ ਆ ਨਾ ਖਤਮ ਹੋਣ ਤੇ ਇੱਥੇ ਟਿਕਾ ਨਹੀਂ ਰਹਿੰਦਾ। ਦੁੱਖ ਸੁੱਖ ਵੀ ਸਰੀਰ ਦੇ ਵਿੱਚ ਬਣਦੇ ਭਰਮ ਦੇ ਧਰਮ, ਆਤਮਾ ਵਿੱਚ ਨਹੀਂ। ਇਸ ਕਰਕੇ ਉਹਦੇ ਵਿੱਚ ਨਾ ਸਥਿਤੀ ਆ, ਨਾ ਦੁੱਖ ਕਲੇਸ਼ ਹੀ ਆ, ਨਾ ਚ ਜੋਗ ਪਾਉਣਾ ਵੀ ਕਿਤੇ ਜੁੜਨਾ ਹੈ। ਉਹਨੇ ਕਿਤੇ ਜੁੜਨਾ, ਆਤਮਾ ਤੇ ਆਪਣੇ ਆਪ 'ਚ ਹੀ ਹੈ। ਤੇ ਭੋਗੀ ਪਾਉਣਾ ਵੀ ਨਹੀਂ, ਉਹਨੇ ਕੀ ਛਕਣਾ। ਇਹ ਸਭ ਕੁਝ ਜਿਹੜਾ ਕਹਿਣਾ ਬਣਦਾ ਨਹੀਂ ਹੈ। ਤੇ ਐਸਾ ਮੇਰੇ ਸਰੂਪ ਵਿੱਚ ਗੁਰੂ ਜੀ ਜਿਹੜਾ ਹੈ ਵੀ ਨਹੀਂ। ਸੋ ਇੱਥੇ ਆਪਾਂ ਸਮਾਪਤੀ ਕਰੀਏ ਅੱਜ, ਬਾਕੀ ਆਪਾਂ ਕੱਲ੍ਹ ਵਿਚਾਰਾਂਗੇ। ਥੋੜ੍ਹਾ ਸਮਝਣ 'ਚ ਆਪਣੇ ਆਪ 'ਚ ਕਠਿਨ ਆ, ਅੱਗੇ ਜਾ ਕੇ ਬੜੀ ਇਹਦੀ ਸਮਝ ਪੈ ਜਾਂਦੀ। ਥੋੜ੍ਹੀ ਜਿਹੀ ਆਪਣੀ ਬੁੱਧੀ ਤੇਜ਼ ਹੋਣੀ ਯੋਗ ਹੈ। ਸੋ ਰਹੋ ਵਿਚਾਰ ਇੱਥੇ ਆਪਾਂ ਅੱਜ ਸਮਾਪਤੀ ਕਰੀਏ। ਨਹਿ ਉਤਪੁੱਤ ਨਹਿ ਬ੍ਰਿਧ ਲੈ, ਰੂਪ ਰੰਗ ਰਸ ਭੇਦ, ਨਹਿ ਜੋਗੀ ਭੋਗੀ ਨਹਿ ਸਥਿਤ ਨਹਿ ਖੇਦ। ਰੂਪ ਰੰਗ ਉਹਦੇ ਵਿੱਚ ਕੋਈ ਨਹੀਂ, ਰੂਪ ਨਾ ਦਿਖਦਾ ਰੰਗ ਕਿਸ ਤਰੇ ਗੁਣ ਤੇ ਪ੍ਰਭ ਭਿੰਨ ਹੈ। ਨਾ ਉਤਪਤੀ ਨਾ ਚ ਜੰਮਣ, ਨਾ ਮਰਨ, ਅਜੂਨੀ ਆ। ਤੇ ਜਿਹੜਾ ਜੰਮਦਾ ਨਹੀਂ ਹੈ ਫਿਰ ਉਹ ਬੁੱਢਾ ਕਿੱਥੋਂ ਹੋ, ਜਵਾਨ ਕਿੱਥੋਂ ਹੋ। ਇਸ ਕਰਕੇ ਇਹਦੇ ਵਿੱਚ ਕੁਝ ਵੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।